ਅਨਾਉਂਸਮੈਂਟ ਹੋਈ ਪਾਇਲਟ ਵੱਲੋਂ ਕਿ ਜੇ ਕੋਈ ਡਾਕਟਰ ਮੌਜੂਦ ਹੈ ਤੇ ਕਾਈਂਡਲੀ ਉਹ ਬਿਜ਼ਨਸ ਕਲਾਸ ਵਿੱਚ ਆ ਜਾਏ। ਉੱਥੇ ਇੱਕ ਪੇਸ਼ੈਂਟ ਬੜਾ ਸੀਰੀਅਸ ਹੋ ਗਿਆ ਹੈ। ਇੱਕ ਪੰਜਾਬੀ ਯੁਵਕ ਸੀਗਾ ਜੋ ਕਿ ਬੁਰੀ ਤਰ੍ਹਾਂ ਛਟਪਟਾ ਰਿਹਾ ਸੀਗਾ, ਆਪੇ ਤੋਂ ਬਾਹਰ ਹੋਇਆ ਸੀ, ਵਿੱਚ ਕਨਵਲਸ਼ਨਸ ਵੀ ਹੋ ਰਹੀਆਂ ਸੀ। ਉਹਨੇ ਅਫੀਮ ਦਾ ਸੇਵਨ ਕੀਤਾ ਸੀਗਾ ਜੋ ਕਿ ਕਾਫੀ ਵੱਡੀ ਮਾਤਰਾ 'ਚ ਇਹਨੇ ਲਈ ਸੀ ਜਹਾਜ਼ ਚੱਲਣ ਤੋਂ ਪਹਿਲੇ। ਨਾਲ ਹੀ ਉਹਨੇ ਉਸ ਤੋਂ ਬਾਅਦ ਬਿਜ਼ਨਸ ਕਲਾਸ ਵਿੱਚ ਉਹਨੂੰ ਫ੍ਰੀ ਵਿਸਕੀ ਮਿਲੀ ਤੇ ਕਾਫੀ ਮਾਤਰਾ 'ਚ ਉਹਨੇ ਵਿਸਕੀ ਲੈ ਲਈ। ਜਾਇਆ ਗਿਆ ਕਿ ਅਗਰ ਆਪਾਂ ਨਲੋਕਸਨ ਲਗਾਉਂਦੇ ਹਾਂ ਤੇ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ ਤੇ ਪੇਸ਼ੈਂਟ ਨੂੰ ਡਿਪਰੈਸ਼ਨ, CNS ਡਿਪਰੈਸ਼ਨ ਹੋਰ ਵੱਧ ਸਕਦਾ ਤੇ ਐਮਰਜੈਂਸੀ ਲੈਂਡਿੰਗ ਫਿਰ ਪੱਕੀ ਹੋ ਜਾਣੀ ਹੈ। ਕਨਵਲਜਨਸ ਵੀ ਆ ਰਹੀਆਂ ਸੀ, ਕਈ ਵਾਰ ਆਪਣਾ ਸਰੀਰ ਬੁਰੀ ਤਰ੍ਹਾਂ ਅਕੜਾ ਲੈਂਦਾ ਸੀ, ਛਟਪਟਾ ਰਿਹਾ ਸੀ, ਆਪੇ ਤੋਂ ਬਾਹਰ ਹੋਇਆ ਸੀ। ਤਾਂ ਤੁਸੀਂ ਚਲੋ ਜਹਾਜ਼ ਦੇ ਵਿੱਚ ਸੀਗੇ, ਜੇ ਨਾ ਹੁੰਦੇ ਤੁਸੀਂ ਤਾਂ ਫਿਰ ਆਪਸ਼ਨ ਕੀ ਸੀਗੀ 에ਅਰ ਕੈਨੇਡਾ ਦੇ ਕੋਲ? ਓਪੀਅਮ ਟੌਕਸਿਸਿਟੀ ਇਹ ਨਲੋਕਸਨ ਲਗਾ ਦਿੰਦੇ ਤੇ ਪੇਸ਼ੈਂਟ ਦੀ ਹਾਲਤ ਹੋਰ ਵਿਗੜ ਸਕਦੀ ਸੀਗੀ ਤੇ ਐਮਰਜੈਂਸੀ ਲੈਂਡਿੰਗ ਫੋਰ ਸ਼ੋਰ ਸੀਗੀ। ਕੰਮ ਤਾਂ ਅਸੀਂ ਰੋਜ਼ ਹੀ ਕਰਦੇ ਹਾਂ, ਜਦੋਂ ਐਪਰੀਸ਼ੀਏਟ ਹੋ ਜਾਏ ਜਾਂ ਕੋਈ ਰਿਕੋਗਨਾਈਜ਼ ਕਰੇ ਉਸ ਐਫਰਟ ਨੂੰ ਤਾਂ ਇੱਕ ਖੁਸ਼ੀ ਜ਼ਰੂਰ ਮਿਲਦੀ ਹੈ। ਸੋ ਪਰਮਾਤਮਾ ਦੀ ਥੈਂਕਫੁਲਨੈਸ ਵੀ ਆਈ ਮਨ ਵਿੱਚ ਕਿ ਸ਼ੁਕਰ ਹੈ ਅਸੀਂ ਤਾਂ ਰੋਜ਼ ਵਾਲਾ ਹੀ ਕੰਮ ਕੀਤਾ ਸੀ, ਪਤਾ ਨਹੀਂ ਰੱਬ ਨੂੰ ਇਹਦੇ ਵਿੱਚ ਕੀ ਚੰਗਾ ਲੱਗਾ ਕਿ ਅੱਜ ਇੰਨਾ ਮਾਣ ਮਿਲਿਆ ਉਸ ਕਰਕੇ। ਪਿਛਲੇ ਦਿਨੀ ਕੈਨੇਡਾ ਤੋਂ ਦਿੱਲੀ ਆ ਰਹੀ ਇੱਕ ਫਲਾਈਟ ਦੇ ਵਿੱਚ ਇੱਕ ਸਿੱਖ ਡਾਕਟਰ ਜੋੜੇ ਦੇ ਵੱਲੋਂ ਇੱਕ ਨੌਜਵਾਨ ਦੀ ਜਾਨ ਬਚਾਈ ਜਾਂਦੀ ਹੈ। ਇਹ ਸਿੱਖ ਡਾਕਟਰ ਜੋੜਾ ਜਲੰਧਰ ਦਾ ਰਹਿਣ ਵਾਲਾ ਹੈ, ਜਿਨ੍ਹਾਂ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਫਲਾਈਟ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਬਚਾਈ ਸੀਗੀ। ਫਰਿਸ਼ਤਾ ਬਣ ਕੇ ਇਹ ਡਾਕਟਰ ਜੋੜਾ ਮੁੰਡੇ ਦੇ ਲਈ ਸਾਬਤ ਹੁੰਦੇ ਨੇ। ਤਾਂ ਡਾਕਟਰ ਸਤਿੰਦਰਜੀਤ ਸਿੰਘ ਬਜਾਜ ਔਰ ਉਹਨਾਂ ਦੀ ਵਾਈਫ ਸਾਡੇ ਨਾਲ ਮੌਜੂਦ ਹੈਗੇ ਨੇ। ਗੱਲਬਾਤ ਕਰਦੇ ਹਾਂ ਕਿ ਇਹ ਸਾਰੀ ਘਟਨਾ ਕਿਵੇਂ ਵਾਪਰੀ ਸੀਗੀ। ਤਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਜਗਬਾਣੀ ਤੇ। ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਮੇਰੇ ਵੱਲੋਂ ਸੁਣਨ ਵਾਲਿਆਂ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂ ਡਾਕਟਰ ਸਤਿੰਦਰਜੀਤ ਸਿੰਘ ਬਜਾਜ, ਸਿਵਲ ਹਸਪੀਟਲ ਜਲੰਧਰ ਵਿੱਚ ਸਰਜੀਕਲ ਵਿਭਾਗ ਦਾ ਮੁਖੀ ਹਾਂ ਤੇ DNB ਕੋਆਰਡੀਨੇਟਰ ਹਾਂ। ਅੱਛਾ ਡਾਕਟਰ ਸਾਹਿਬ, ਬੜੀ ਪ੍ਰਸ਼ੰਸਾ ਹੋਈ ਤੁਹਾਡੀ, ਬੜੀਆਂ ਇਹ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਵਾਇਰਲ ਹੋਈਆਂ। ਇਹ ਘਟਨਾ ਕਿਵੇਂ ਵਾਪਰੀ ਸੀਗੀ ਔਰ ਕਿਵੇਂ ਤੁਸੀਂ ਨੌਜਵਾਨ ਦੇ ਲਈ ਇੱਕ ਫਰਿਸ਼ਤਾ ਸਾਬਤ ਹੋਏ? ਇਹ ਪਿਛਲੇ ਦਿਨੀ ਅਸੀਂ ਵਾਪਸ ਆ ਰਹੇ ਸੀ, AC-42 ਫਲਾਈਟ ਸੀਗੀ ਕੈਨੇਡਾ ਦੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਨਿਊ ਦਿੱਲੀ ਦੀ ਡਾਇਰੈਕਟ ਫਲਾਈਟ ਸੀ 15 ਘੰਟੇ ਦੀ। ਮੈਂ ਆਪਣੇ ਬੇਟੇ ਦੀ ਗ੍ਰੈਜੂਏਸ਼ਨ ਸੈਰੇਮਨੀ ਅਟੈਂਡ ਕਰਕੇ ਆ ਰਿਹਾ ਸੀ। ਮੇਰੇ ਨਾਲ ਮੇਰੇ ਵਾਈਫ ਜੋ ਕਿ ਪਿਮਸ ਦੇ ਹੈੱਡ ਆਫ ਦਾ ਡਿਪਾਰਟਮੈਂਟ ਹੈ, ਫਾਰਮਾਕੋਲੋਜੀ ਡਿਪਾਰਟਮੈਂਟ ਦੇ, ਉਹ ਵੀ ਮੇਰੇ ਨਾਲ ਸੀਗੇ। ਫਲਾਈਟ ਹਾਲੇ ਲਗਭਗ 7 ਘੰਟੇ, ਅੱਧਾ ਕੁ ਰਸਤਾ ਤੈਅ ਕੀਤਾ ਹੋਣਾ ਤੇ ਇੱਕ ਅਨਾਉਂਸਮੈਂਟ ਹੋਈ ਪਾਇਲਟ ਵੱਲੋਂ ਕਿ ਜੇ ਕੋਈ ਡਾਕਟਰ ਮੌਜੂਦ ਹੈ ਤੇ ਕਾਈਂਡਲੀ ਉਹ ਬਿਜ਼ਨਸ ਕਲਾਸ ਵਿੱਚ ਆ ਜਾਏ। ਉੱਥੇ ਇੱਕ ਪੇਸ਼ੈਂਟ ਬੜਾ ਸੀਰੀਅਸ ਹੋ ਗਿਆ ਹੈ। ਸੋ ਅਸੀਂ ਫਿਰ ਉਹਨਾਂ ਦੀ ਕਾਲ ਸੁਣ ਕੇ ਉੱਥੇ ਗਏ, ਬਿਜ਼ਨਸ ਕਲਾਸ ਵਿੱਚ ਦੇਖਿਆ ਇੱਕ ਪੰਜਾਬੀ ਯੁਵਕ ਸੀਗਾ ਜੋ ਕਿ ਬੁਰੀ ਤਰ੍ਹਾਂ ਛਟਪਟਾ ਰਿਹਾ ਸੀਗਾ, ਆਪੇ ਤੋਂ ਬਾਹਰ ਹੋਇਆ ਸੀ, ਵਿੱਚ ਕਨਵਲਸ਼ਨਸ ਵੀ ਹੋ ਰਹੀਆਂ ਸੀ ਉਹਨੂੰ। ਤੇ ਲੋਕੀ ਉਹਨੂੰ 2-3 ਕ੍ਰਿਊ ਮੈਂਬਰਸ ਉਹਨੂੰ ਫੜ ਕੇ ਬੈਠੇ ਹੋਏ ਸੀ, ਕੰਟਰੋਲ ਕਰਕੇ ਬੈਠੇ ਹੋਏ ਸੀ। ਗਹਿਰਾਈ ਤੱਕ ਉਹਦੇ ਫਰੈਂਡ ਨੂੰ ਬੜੇ ਪਿਆਰ ਨਾਲ ਪੁੱਛਣ 'ਤੇ ਪਤਾ ਲੱਗਿਆ ਕਿ ਇਹਨੇ ਅਫੀਮ ਦਾ ਸੇਵਨ ਕੀਤਾ ਸੀਗਾ ਜੋ ਕਿ ਕਾਫੀ ਵੱਡੀ ਮਾਤਰਾ 'ਚ ਇਹਨੇ ਲਈ ਸੀ ਜਹਾਜ਼ ਚੱਲਣ ਤੋਂ ਪਹਿਲੇ। ਨਾਲ ਹੀ ਉਹਨੇ ਉਸ ਤੋਂ ਬਾਅਦ ਬਿਜ਼ਨਸ ਕਲਾਸ ਵਿੱਚ ਉਹਨੂੰ ਫ੍ਰੀ ਵਿਸਕੀ ਮਿਲੀ ਤੇ ਕਾਫੀ ਮਾਤਰਾ 'ਚ ਉਹਨੇ ਵਿਸਕੀ ਲੈ ਲਈ। ਦੋਨੋਂ ਚੀਜ਼ਾਂ ਜਦੋਂ ਇਕੱਠੀਆਂ ਹੋ ਗਈਆਂ, ਉਹ ਪੇਸ਼ੈਂਟ ਆਪੇ ਤੋਂ ਬਾਹਰ ਹੋ ਗਿਆ ਤੇ ਇਸ ਵਕਤ ਆਪਦਾ ਬਣੀ ਹੋਈ ਸੀ, ਐਮਰਜੈਂਸੀ ਪੂਰੀ ਪ੍ਰੋਪਰ ਬਣੀ ਹੋਈ ਸੀ। ਤੇ ਕ੍ਰਿਊ ਸਟਾਫ ਤੇ ਪਾਇਲਟ ਉਹ ਸਾਡੇ ਨਾਲ ਡਿਸਕਸ ਕਰ ਰਹੇ ਸੀ ਕਿ ਸਾਨੂੰ ਸ਼ਾਇਦ ਐਮਰਜੈਂਸੀ ਲੈਂਡਿੰਗ ਕਰਨੀ ਪਏ। ਤੇ ਕੇਸ ਨੂੰ ਚੰਗੀ ਤਰ੍ਹਾਂ ਅਸੀਂ ਸਟੱਡੀ ਕਰਕੇ ਉਹਨਾਂ ਨੂੰ ਦੱਸਿਆ ਕਿ ਇਹਨਾਂ ਦੇ ਉਹਦੇ ਪਿਊਪਲ ਦੇਖੇ ਗਏ, ਰੈਸਪੀਰੇਟਰੀ ਰੇਟ ਦੇਖਿਆ ਗਿਆ, ਉਹਦਾ ਹਾਰਟ ਰੇਟ ਦੇਖਿਆ ਗਿਆ, ਉਹਦਾ ਆਕਸੀਜਨ ਲੈਵਲ ਚੈੱਕ ਕੀਤਾ ਗਿਆ। ਆਕਸੀਜਨ ਉਹਦੀ ਘਟੀ ਹੋਈ ਸੀ 80 to 90% ਦੇ ਵਿੱਚ ਸੀ ਤੇ ਪਿਊਪਲ ਪਿਨ ਪੁਆਇੰਟਡ ਨਹੀਂ ਸੀ ਬਟ ਕੰਸਟ੍ਰਿਕਟਡ ਸੀਗਾ। ਇਹਦੇ ਤੋਂ ਇਹ ਲੱਗਦਾ ਸੀਗਾ, ਇਹ ਜਾਪਦਾ ਸੀਗਾ ਕਿ ਇਹ ਟੌਕਸਿਸਿਟੀ ਤਾਂ ਨਹੀਂ, ਨਾ ਹੀ ਆਪਾਂ ਉਹਨੂੰ ਵਿਦਡਰੋਲ ਕਹਿ ਸਕਾਂਗੇ। ਤੇ ਉਹਦੇ ਵਿੱਚ ਉਹਨਾਂ ਨੂੰ ਜੋ ਇੰਸਟਰਕਸ਼ਨਸ ਆ ਰਹੀਆਂ ਸੀ ਕਿ ਨਲੋਕਸਨ ਉਹਨਾਂ ਨੂੰ ਐਂਟੀਡੋਟ ਪਿਆ ਸੀ ਉਹਨਾਂ ਦੀ ਐਮਰਜੈਂਸੀ ਕਿਟ 'ਚ, ਉਹ ਲਗਾ ਦਿੱਤਾ ਜਾਏ। ਤੇ ਉਹਨਾਂ ਨੂੰ ਸਮਝਾਇਆ ਗਿਆ ਕਿ ਅਗਰ ਆਪਾਂ ਨਲੋਕਸਨ ਲਗਾਉਂਦੇ ਹਾਂ ਤੇ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ ਤੇ ਪੇਸ਼ੈਂਟ ਨੂੰ ਡਿਪਰੈਸ਼ਨ, CNS ਡਿਪਰੈਸ਼ਨ ਹੋਰ ਵੱਧ ਸਕਦਾ ਤੇ ਐਮਰਜੈਂਸੀ ਲੈਂਡਿੰਗ ਫਿਰ ਪੱਕੀ ਹੋ ਜਾਣੀ ਹੈ। ਤਾਂ ਪ੍ਰੋਬੇਬਲੀ ਪੇਸ਼ੈਂਟ ਸ਼ਾਇਦ ਆਪਣੀ ਜਾਨ ਤੋਂ ਵੀ ਹੱਥ ਨਾ ਧੋ ਬੈਠੇ। ਸੋ ਇਹਨਾਂ ਸੋਚਦੇ ਹੋਏ ਫਿਰ ਕਾਫੀ ਵਿਚਾਰ ਵਿਮਰਸ਼ ਹੋਇਆ ਤੇ ਉਹਨਾਂ ਦੀ ਕਿਟ ਨੂੰ ਜਦੋਂ ਦੇਖਿਆ ਗਿਆ ਧਿਆਨ ਨਾਲ, ਔਰ ਉਹਨਾਂ ਕੋਲ ਇੱਕ ਟੇਬਲੇਟ ਸੀ ਲੋਰੈਜ਼ੀਪੈਮ 1 ਮਿਲੀਗ੍ਰਾਮ ਦੀ ਸਬਲਿੰਗੁਅਲ, ਜੋ ਕਿ
ਕੈਲਕੂਲੇਟਿਡ ਰਿਸਕ ਲੈਂਦਿਆਂ ਹੋਇਆ ਉਹਨਾਂ ਦੇ ਨੀਚੇ ਗਰਾਊਂਡ ਸਟਾਫ ਤੇ ਜੋ ਡਾਕਟਰ ਸੀਗੇ, ਜੋ ਉਹਨਾਂ ਦੇ CMO ਸੀਗੇ, ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਦੱਸਿਆ ਗਿਆ ਕਿ ਵੀ ਆਰ ਗੋਇੰਗ ਟੂ ਟਰਾਈ ਫॉर ਦਿਸ। ਤੋ ਉਹਨਾਂ ਦੀ ਕਨਸੈਂਟ ਦੇ ਨਾਲ ਫਿਰ 1 ਮਿਲੀਗ੍ਰਾਮ ਸਬ ਲਿੰਗੁਅਲ ਟੇਬਲੇਟ ਦਿੱਤੀ ਤੇ ਕੁਝ ਦੇਰ ਬਾਅਦ ਪੇਸ਼ੈਂਟ ਹਲਕਾ ਜਿਹਾ ਉਹਨੂੰ ਫਰਕ ਪਿਆ। ਫਿਰ ਥੋੜ੍ਹੀ ਦੇਰ ਬਾਅਦ ਇੱਕ ਵਾਰੀ ਰਿਪੀਟ ਕਰਨੀ ਪਈ, ਉਹਦੇ ਨਾਲ ਕੀ ਹੋਇਆ, ਪੇਸ਼ੈਂਟ ਕਾਫੀ ਹੱਦ ਤੱਕ ਕੰਟਰੋਲ ਵਿੱਚ ਆ ਗਿਆ। ਸੋ ਜਿਹੜੀ ਐਮਰਜੈਂਸੀ ਲੈਂਡਿੰਗ ਸੀ ਉਹ ਟਲ ਗਈ ਤੇ ਪੇਸ਼ੈਂਟ ਦਾ ਹਾਲਤ ਕਾਫੀ ਬੈਟਰ ਹੋ ਗਈ। ਆਪਣਾ ਅਗਲੇ 3-4 ਘੰਟੇ ਬੀਤਦੇ ਪੇਸ਼ੈਂਟ ਲਗਭਗ ਨਾਰਮਲ ਹੋ ਗਿਆ ਸੀ। ਤੇ ਜਦੋਂ ਦਿੱਲੀ ਫਲਾਈਟ ਉਤਰੀ, ਪੇਸ਼ੈਂਟ ਆਪਣੇ ਪੈਰਾਂ 'ਤੇ ਚੱਲ ਕੇ ਰਾਜ਼ੀ ਖੁਸ਼ੀ ਆਪਣੇ ਘਰ ਨੂੰ ਗਿਆ। ਅੱਛਾ, ਇੱਕ ਵਾਰ ਤਾਂ ਮੈਨੂੰ ਲੱਗਦਾ ਕਿ ਸਿਚੁਏਸ਼ਨ ਖਤਰਨਾਕ ਜਾਪਦੀ ਸੀਗੀ। ਅੱਛਾ ਮੈਮ, ਜਦੋਂ ਤੁਸੀਂ ਫਿਰ ਪਹੁੰਚੇ ਉੱਤੇ ਪੇਸ਼ੈਂਟ ਦੇ ਕੋਲ, ਹਾਲਤ ਕੀ ਸੀਗੀ ਉਸ ਵੇਲੇ ਉਹਦੀ? ਦੇਖੋ ਪੇਸ਼ੈਂਟ ਉਸ ਟਾਈਮ ਨਾ ਕਨਵਲਜਨਸ ਵੀ ਆ ਰਹੀਆਂ ਸੀ, ਕਈ ਵਾਰ ਉਹ ਆਪਣਾ ਸਰੀਰ ਬੁਰੀ ਤਰ੍ਹਾਂ ਅਕੜਾ ਲੈਂਦਾ ਸੀ, ਛਟਪਟਾ ਰਿਹਾ ਸੀ, ਆਪੇ ਤੋਂ ਬਾਹਰ ਹੋਇਆ ਸੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਰੈਸਟਲੈਸਨੈਸ। ਅਤੇ ਅਜਿਹੇ ਵਿੱਚ ਅਸੀਂ ਉਹਦੇ ਪਿਊਪਿਲ ਦਾ ਸਾਈਜ਼ ਦੇਖਿਆ, ਪਿਨ ਪੁਆਇੰਟ ਪਿਊਪਿਲ ਨਾ ਹੋਣ ਕਰਕੇ ਓਪੀਅਮ ਟੌਕਸਿਸਿਟੀ ਰੂਲ ਆਊਟ ਹੋ ਜਾਂਦੀ ਸੀ। ਅਜਿਹੇ ਵਿੱਚ ਅਸੀਂ ਅਗਰ ਐਂਟੀਡੋਟ ਦੇ ਦਿੰਦੇ ਤਾਂ ਅਸੀਂ ਕਹਿੰਦੇ ਹਾਂ ਕਿ ਐਕਿਊਟ ਓਪੀਓਇਡ ਵਿਦਡਰਾਅਲ ਸਿੰਡਰੋਮ ਕਿਹਾ ਜਾਂਦਾ ਹੈ, ਉਹ ਪ੍ਰੈਸੀਪੀਟੇਟ ਹੋ ਸਕਦਾ ਸੀ। ਸੋ ਇਹ ਗੱਲ ਅਸੀਂ ਉਹਨਾਂ ਦੇ ਗਰਾਊਂਡ ਸਟਾਫ 'ਤੇ ਉਹਨਾਂ ਦੇ ਡਾਕਟਰ ਨੂੰ ਐਕਸਪਲੇਨ ਕੀਤੀ ਕਿ ਪੇਸ਼ੈਂਟ ਓਪੀਅਮ ਟੌਕਸਿਸਿਟੀ ਵਿੱਚ ਨਹੀਂ ਹੈ, ਬਟ ਓਪੀਅਮ ਉਹਦੇ ਨਾਲ ਅਲਕੋਹਲ ਲੈਣ ਕਰਕੇ ਉਹਨੂੰ ਐਡਿਡ CNS ਡਿਪਰੈਸ਼ਨ ਸੀ, ਜਿਸ ਕਰਕੇ ਉਹ ਬਹੁਤ ਜ਼ਿਆਦਾ ਰੈਸਟਲੈਸ ਵੀ ਹੋਇਆ ਅਤੇ ਕਨਵਲਜਨਸ ਵੀ ਆ ਰਹੀ ਹੈ। ਅਜਿਹੀ ਕੰਪਲੀਕੇਟਿਡ ਸਿਚੁਏਸ਼ਨ ਦੇ ਵਿੱਚ ਉਹਦੀ ਰੈਸਪੀਰੇਸ਼ਨ ਵੀ ਡਿਪਰੈਸਡ ਸੀ। ਸੋ ਅਸੀਂ ਉਹਨੂੰ ਲੋਰੈਜ਼ੀਪਾਮ ਨਾਮ ਦੀ ਟੈਬਲੇਟ ਦਿੱਤੀ ਜੋ ਬੈਂਜ਼ੋਡਾਇਜ਼ਪੀਨ ਗਰੁੱਪਸ ਤੋਂ ਹੈ, ਅਤੇ ਇਹਦਾ ਰੈਸਪੀਰੇਸ਼ਨ ਉੱਤੇ ਓਨਾ ਖਤਰਨਾਕ ਅਸਰ ਨਹੀਂ ਹੁੰਦਾ। ਰਿਸਕ ਤਾਂ ਸੀ, ਉਹਦੇ ਨਾਲ ਉਹਦੇ ਫੈਮਿਲੀ ਮੈਂਬਰਸ ਵਿੱਚੋਂ ਕੋਈ ਨਹੀਂ ਸੀ। ਇੱਕ ਫਰੈਂਡ ਸੀ, ਉਹਨੂੰ ਅਸੀਂ ਰਿਸਕ ਐਕਸਪਲੇਨ ਕਰ ਦਿੱਤਾ ਸੀ ਕਿ ਇਹਨੂੰ ਕੰਟਰੋਲ ਕਰਨ ਲਈ ਇੱਕ ਇਹ ਸਾਧਨ ਹੈ ਸਾਡੇ ਕੋਲ, ਟਰਾਈ ਕੀਤਾ ਜਾ ਸਕਦਾ ਹੈ। ਤੋ ਉਹਦੀ ਕੰਸੈਂਟ ਲੈ ਕੇ, ਅਸੀਂ ਉਹਦੇ ਫਰੈਂਡ ਦੀ ਕੰਸੈਂਟ ਲੈ ਕੇ ਉਹਨੂੰ ਲੋਰੈਜ਼ੀਪੈਮ ਸਬ ਲਿੰਗੁਅਲ ਜੀਭ ਦੇ ਥੱਲੇ ਦਿੱਤੀ, ਜਿਹਦੇ ਨਾਲ 4-5 ਮਿੰਟ ਬਾਅਦ ਥੋੜ੍ਹਾ ਕੰਟਰੋਲ ਹੋਣਾ ਸ਼ੁਰੂ ਹੋ ਗਿਆ। ਅੱਛਾ ਡਾਕਟਰ ਸਾਹਿਬ, ਵੈਸੇ ਤਾਂ ਤੁਹਾਡਾ ਰੋਜ਼ ਦਾ ਤਜਰਬਾ ਹੈਗਾ, ਪਰ ਕਈ ਵਾਰੀ ਇਹੋ ਜਿਹੇ ਕੇਸ ਆ ਜਾਂਦੇ ਨੇ ਕਿ ਜਿਹਦੇ ਵਿੱਚ ਕਈ ਵਾਰੀ ਕਨਫਿਊਜ਼ਨ ਵੀ ਹੋ ਜਾਂਦੀ ਹੈ ਕਈ ਵਾਰੀ। ਤਾਂ ਜਿਵੇਂ ਤੁਹਾਡੇ ਵਾਈਫ ਵੀ ਡਾਕਟਰ ਹੈਗੇ ਨੇ, ਤਾਂ ਹੈਲਪ ਮਿਲੀ ਫਿਰ ਦੋਨਾਂ ਜਣਿਆਂ ਦੇ ਇਕੱਠੇ ਹੋਣ ਕਾਰਨ? ਬਿਲਕੁਲ ਜੀ, ਇਸ ਵਾਰੀ ਤਾਂ ਇਹਨਾਂ ਦੀ 100% ਹੈਲਪ ਸੀ ਮੇਰੇ ਨਾਲ। ਮੈਂ ਕਲੀਨਿਕਲ ਬੰਦਾ ਸੀਗਾ, ਕਲੀਨਿਕਲ ਸਿਨੈਰੀਓ ਮੈਂ ਸੰਭਾਲ ਰਿਹਾ ਸੀਗਾ, ਲੇਕਿਨ ਡਰੱਗ ਦੀ ਜਿੰਨੀ ਵੀ ਡੋਜ਼ੇਜ ਹੈ, ਉਹਦਾ ਐਕਸ਼ਨ ਆ, ਉਹਦਾ ਰਿਐਕਸ਼ਨ ਹੈ, ਉਹਦੇ ਬਾਰੇ ਸਾਰੇ ਜਿੰਨੀਆਂ ਵੀ ਇੰਸਟਰਕਸ਼ਨ ਸੀਗੀਆਂ ਡਾਕਟਰ ਸਾਹਿਬ ਫੋਲੋ ਕਰ ਰਹੇ ਸੀ, ਕਿਉਂਕਿ ਡਾਕਟਰ ਸਾਹਿਬ ਫਾਰਮਾਕੋਲੋਜੀ ਦੇ ਹੈੱਡ ਨੇ, ਇਹਨਾਂ ਨੂੰ ਡਰੱਗਸ ਦੇ ਸਾਰੇ ਡਾਇਨਾਮਿਕਸ ਅਤੇ ਕਾਈਨੈਟਿਕਸ ਪਤਾ ਹੈਗੇ, ਅਤੇ ਕਿੱਦਾਂ ਕਿਸੇ ਨੂੰ ਕਿੰਨੀ ਡਰੱਗ ਦੇਣੀ ਹੈ ਉਹਦੇ ਬਾਰੇ ਕਾਫੀ ਡੀਪ ਨੌਲੇਜ ਹੈਗਾ। ਅੱਛਾ ਮੈਮ, ਫਿਰ ਜਹਾਜ਼ ਦੇ ਵਿੱਚ ਵੀ ਐਪਰੀਸ਼ੀਏਟ ਕੀਤਾ ਗਿਆ ਫਿਰ ਸਾਰਿਆਂ ਵੱਲੋਂ? ਹਾਂਜੀ, ਅਸੀਂ ਵੈਸੇ ਨਾਰਮਲ ਫਲਾਈਟ 'ਚ ਕਦੀ ਪਾਇਲਟ ਨੂੰ ਦੇਖਿਆ ਨਹੀਂ। ਪਾਇਲਟ ਜਦੋਂ ਉੱਠ ਕੇ ਬਾਰ-ਬਾਰ ਤੁਹਾਡੇ ਕੋਲ ਆਵੇ ਅਤੇ ਐਪਰੀਸ਼ੀਏਟ ਕਰੇ, ਥੈਂਕਸ ਕਰੇ, ਤਾਂ ਇੱਕ ਬਹੁਤ ਅੱਛੀ ਫੀਲਿੰਗ ਆਈ। ਅਤੇ ਇਹ ਵੀ ਲੱਗਿਆ ਕਿ ਚਲੋ ਅੱਜ ਸਾਡੀ ਐਜੂਕੇਸ਼ਨ ਜਾਂ ਜਿੰਨੀ ਵੀ ਮਿਹਨਤ ਇਸ ਪ੍ਰੋਫੈਸ਼ਨ 'ਚ ਕੀਤੀ, ਕਿਸੇ ਦੀ ਜਾਨ ਬਚਾਉਣ ਦੇ ਕੰਮ ਆ ਸਕੀ, ਜਿੱਥੇ ਉਹਦੇ ਕੁਛ ਹੋਰ ਸ਼ਾਇਦ ਕੰਮ ਨਾ ਆ ਸਕਦਾ। ਅੱਛਾ ਡਾਕਟਰ ਸਾਹਿਬ, ਵੈਸੇ ਤਾਂ ਤੁਸੀਂ ਚਲੋ ਜਹਾਜ਼ ਦੇ ਵਿੱਚ ਸੀਗੇ, ਜੇ ਨਾ ਹੁੰਦੇ ਤੁਸੀਂ ਤਾਂ ਫਿਰ ਆਪਸ਼ਨ ਕੀ ਸੀਗੀ ਏਅਰ ਕੈਨੇਡਾ ਦੇ ਕੋਲ? ਦੇਖੋ ਆਪਸ਼ਨ, ਅਗਰ ਉਹ ਗਰਾਊਂਡ ਸਟਾਫ ਦੀ ਗੱਲ ਮੰਨ ਲੈਂਦੇ, ਨੀਚੋਂ ਅਗਰ ਉਹਨਾਂ ਨੂੰ ਲੱਗਿਆ ਕਿ ਓਪੀਅਮ ਟੌਕਸਿਸਿਟੀ ਹੈ, ਨਲੋਕਸਨ ਲਗਾ ਦਿੰਦੇ, ਅਤੇ ਪੇਸ਼ੈਂਟ ਦੀ ਹਾਲਤ ਹੋਰ ਵਿਗੜ ਸਕਦੀ ਸੀਗੀ ਅਤੇ ਐਮਰਜੈਂਸੀ ਲੈਂਡਿੰਗ ਫੋਰ ਸ਼ੋਰ ਸੀਗੀ। ਅੱਛਾ। ਸੋ ਐਮਰਜੈਂਸੀ ਲੈਂਡਿੰਗ ਦਾ ਮਤਲਬ ਹੈ ਕਿ ਇੱਕ ਏਅਰ ਕੈਨੇਡਾ ਦੇ ਉੱਪਰ ਕਾਫੀ ਇਕਨੋਮਿਕਲੀ ਤੁਸੀਂ ਉਹਦੇ 'ਤੇ ਫਰਕ ਪੈਂਦਾ ਹੈ, ਪਲੱਸ ਜਿੰਨੀਆਂ ਲੀਗਲ ਉਹਨਾਂ ਨੇ ਕੰਪਲੀਕੇਸ਼ਨਸ ਹੋਣੀਆਂ ਸੀਗੀਆਂ ਪੈਸੰਜਰਸ ਵੱਲੋਂ, ਅਤੇ ਹੋਰ ਜਿੱਥੇ ਉਹਨਾਂ ਨੇ ਲੈਂਡ ਕਰਨਾ ਉਹਦੇ ਵੱਲੋਂ, ਉਹ ਕਹਿਣੇ ਤੋਂ ਬਾਹਰ ਹੈ ਇਸ ਵਕਤ। ਅੱਛਾ, ਇਹ ਡਾਇਰੈਕਟ ਫਲਾਈਟ ਸੀਗੀ ਕੈਨੇਡਾ ਤੋਂ ਦਿੱਲੀ ਤੱਕ? ਜੀ ਹਾਂ, ਇਹ ਡਾਇਰੈਕਟ AC-42 ਡਾਇਰੈਕਟ ਫਲਾਈਟ ਸੀ, ਪੀਅਰਸਨ ਏਅਰਪੋਰਟ ਤੋਂ ਚੱਲ ਕੇ ਨਿਊ ਦਿੱਲੀ ਤੱਕ 15 ਕੁ ਘੰਟੇ ਦੀ ਫਲਾਈਟ ਸੀ ਡਾਇਰੈਕਟ। ਅੱਛਾ, ਇਹ ਫਿਰ ਕਿੰਨਾ ਸਮਾਂ ਤੁਹਾਨੂੰ ਲੱਗਾ ਰਿਹਾ ਉੱਥੇ ਟ੍ਰੀਟਮੈਂਟ 'ਤੇ? 2-2.5 ਘੰਟੇ ਦਾ ਆਪਾਂ ਪੇਸ਼ੈਂਟ ਦੇ ਅਰਾਊਂਡ ਹੀ ਰਹੇ ਹਾਂ, ਫਿਰ ਵਿੱਚ ਜਾ ਕੇ ਦੇਖਦੇ ਰਹੇ ਹਾਂ। ਅਪਰੋਕਸੀਮੇਟਲੀ 3-3.5 ਘੰਟੇ ਅੰਦਰ ਪੇਸ਼ੈਂਟ ਕੰਟਰੋਲ ਹੋ ਗਿਆ ਸੀ। ਅੱਛਾ, ਜਿਵੇਂ ਫਿਰ ਮੈਡੀਸਨ ਤੁਸੀਂ ਦੱਸਦੇ ਕਿ ਉੱਥੇ ਹੈਗੀ ਸੀਗੀ, ਤਾਂ ਜਿਵੇਂ ਪੇਸ਼ੈਂਟ ਨੂੰ ਚਾਹੀਦੀ ਹੁੰਦੀ ਹੈ, ਇਹ ਹਰ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਫਿਰ ਜਹਾਜ਼ ਦੇ ਵਿੱਚ ਅਵੇਲੇਬਲ? ਦੇਖੋ ਮੈਡੀਸਿਨ ਜਿਹੜੀ ਐਮਰਜੈਂਸੀ ਕਿੱਟ ਹੁੰਦੀ ਹੈ, ਉਹ ਹਰ ਪਲੇਨ ਦੇ ਵਿੱਚ ਮੌਜੂਦ ਹੁੰਦੀ ਹੈਗੀ ਹੈ, ਅਤੇ ਵੀ ਆਰ ਵੈਰੀ ਲੱਕੀ ਕਿ ਉੱਥੇ ਕਾਫੀ ਮਾਤਰਾ ਵਿੱਚ ਸਾਨੂੰ ਅੱਛੀਆਂ ਮੈਡੀਸਿਨ ਮੌਜੂਦ ਸੀਗੀਆਂ, ਪਲੱਸ ਉਹਨਾਂ ਕੋਲ ਮੋਨੀਟਰ ਸੀਗੇ ਜਿਨ੍ਹਾਂ ਨਾਲ ਆਪਾਂ ਆਕਸੀਜਨ ਸੈਚੂਰੇਸ਼ਨ, BP, ਹਾਰਟ ਰੇਟ, ECG ਨਾਲ ਮੋਨੀਟਰ ਕਰ ਰਹੇ ਸੀਗੇ। ਅੱਛਾ, ਵੈਸੇ ਤਾਂ ਕਹਿੰਦੇ ਨੇ ਕਿ ਜਿਵੇਂ ਤੁਸੀਂ ਡਾਕਟਰ ਹੈਗੇ ਹੋ, ਤਾਂ ਚਲੋ ਇੱਕ ਕੰਮ ਹੈ ਤੁਹਾਡਾ, ਤਾਂ ਫਰਜ਼ ਵੀ ਹੈਗਾ,
ਪਰ ਕਦੇ ਪਹਿਲਾਂ ਕਦੇ ਇਦਾਂ ਕੇਸ ਆਇਆ ਕਦੇ ਐਮਰਜੈਂਸੀ ਦੇ ਵਿੱਚ ਕਿਤੇ ਤੁਸੀਂ ਟਰੈਵਲ ਕਰਦੇ ਹੋਵੋ? ਜੀ ਸਰ, ਅਕਸਰ ਸਾਡੇ ਨਾਲ ਇੱਦਾਂ ਹੁੰਦਾ ਹੀ ਹੈ। ਅੱਛਾ। ਜਦੋਂ ਵੀ ਆਪਾਂ ਸ਼ਤਾਬਦੀ ਟਰੈਵਲ ਕਰ ਰਹੇ ਹੁੰਦੇ ਹਾਂ ਹਾਂ। ਤੇ ਕਦੀ ਨਾ ਕਦੀ ਤਾਂ ਸਾਨੂੰ ਕਾਲ ਆਈ ਜਾਂਦੀ ਹੈਗੀ। ਅਕਸਰ ਯੂ ਕੈਨ ਸੇ 1 ਆਊਟ ਆਫ 3 ਸਾਨੂੰ ਕਾਲ ਆਉਂਦੀ ਹੈ। ਜਿਵੇਂ ਕਿ ਇਸ ਵਾਰੀ ਹੁਣ ਕੈਨੇਡਾ ਜਾ ਰਿਹਾ ਸੀ, ਰਸਤੇ ਵਿੱਚ ਇੱਕ ਸ਼ਤਾਬਦੀ ਵਿੱਚ ਅਨਾਊਂਸਮੈਂਟ ਹੋਈ ਕਿ ਇੱਕ ਪੇਸ਼ੈਂਟ ਦੀ ਤਬੀਅਤ ਖਰਾਬ ਹੈ, C14 ਵਿੱਚ ਹੈਗਾ, ਤਾਂ ਕਾਈਂਡਲੀ ਉਹਨੂੰ ਆ ਕੇ ਚੈੱਕ ਕੀਤਾ ਜਾਏ। ਤੇ ਉਹਨਾਂ ਨੂੰ ਦੇਖਿਆ ਤੇ ਉਹਦੀ ਹਾਲਤ ਨਾਜ਼ੁਕ ਸੀ ਥੋੜ੍ਹੀ ਜਿਹੀ। ਫਿਰ ਉਹਨਾਂ ਨੂੰ ਆਪਾਂ ਰਸਤੇ ਵਿੱਚ ਸੋਨੀਪਤ ਸਟੇਸ਼ਨ ਉਤਰਵਾਤਾ ਸੀਗਾ, ਕਿਉਂਕਿ ਕਾਰਡਿਕ ਇਵੈਂਟ ਲੱਗ ਰਿਹਾ ਸੀਗਾ। ਤੇ ਸਾਡਾ ਅਕਸਰ ਇਹਦਾ ਹੁੰਦਾ ਰਹਿੰਦਾ ਹੈਗਾ, ਮਤਲਬ ਕੋਈ ਨਾ ਲੱਗਦਾ ਕੋਈ। ਕਿ ਪਰਮਾਤਮਾ ਨੇ ਜਿਹਦੇ ਕਰਮਾਂ ਦੇ ਵਿੱਚ ਹੈਗਾ ਜਾਂ ਜਿਹਦੇ ਕੋਈ ਕੰਮ ਲੈਣਾ ਤਾਂ ਉਹ ਸੰਭਾਵਨਾ ਬਣ ਹੀ ਜਾਂਦੀ ਹੈ। ਅੱਛਾ ਮੈਮ, ਜਦੋਂ ਫਿਰ ਤੁਸੀਂ ਉਹ ਪੇਸ਼ੈਂਟ ਨੂੰ ਦੇਖਿਆ ਜਿਵੇਂ ਉਹਨੇ ਅਫੀਮ ਦਾ ਸੇਵਨ ਕੀਤਾ ਹੋਇਆ ਸੀਗਾ, ਇਹ ਅਫੀਮ ਦੀ ਓਵਰਡੋਜ਼ ਹੋਈ ਜਾਂ ਡਰਿੰਕ ਉਹਨੇ ਜ਼ਿਆਦਾ ਕਰ ਲਈ, ਕਿ ਜਾਂ ਦੋਨੋਂ ਮਿਕਸ ਹੋਣ ਦੇ ਕਾਰਨ ਇਹ ਸਾਰੀ ਉਹਦੀ ਹਾਲਤ ਹੋਈ? ਦੇਖੋ, ਅਫੀਮ ਅਸੀਂ ਓਪੀਆਇਡ ਕਹਿੰਦੇ ਹਾਂ, ਅਤੇ ਡਰਿੰਕਸ, ਇਹ ਦੋਨੋਂ ਹੀ ਸਾਡੇ ਸੈਂਟਰਲ ਨਰਵਸ ਸਿਸਟਮ 'ਤੇ ਡਿਪਰੈਸੈਂਟ ਐਕਸ਼ਨ ਰੱਖਦੇ ਹਨ। ਸੋ ਐਡਿਡ CNS ਡਿਪਰੈਸ਼ਨ ਤਾਂ ਉਸਨੂੰ ਹੋਇਆ, ਅਤੇ ਬ੍ਰੇਨ ਦੇ ਵਿੱਚ ਕਹਿ ਲਓ ਇਨਹਿਬਿਟਰੀ ਟਾਈਪ ਦੇ ਨਿਊਰੋਨਸ ਨੂੰ ਸਪਰੈਸ ਕਰਨ ਕਰਕੇ ਉਹ ਪੇਸ਼ੈਂਟ ਹਾਈਪਰ ਐਕਟਿਵ ਅਤੇ ਰੈਸਟਲੈਸ ਹੋ ਗਿਆ, ਕਨਵਲਜਨਸ ਆਉਣ ਲੱਗੀ। ਸੋ ਇੱਕ ਮਿਕਸਡ ਜਿਹੀ ਪਿਕਚਰ ਬਣ ਗਈ। ਪਿਊਪਿਲ ਦੇ ਸਾਈਜ਼ ਤੋਂ ਡਿਸਟਿੰਗੁਇਸ਼ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ। ਜੇ ਉਹਨੂੰ ਵਿਦਡਰਾਲ, ਜਿਹਨੂੰ ਆਪਾਂ ਕ੍ਰੇਵਿੰਗ ਜਾਂ ਤੋੜ ਕਹਿੰਦੇ ਹਾਂ, ਉਹ ਹੁੰਦੀ ਤਾਂ ਉਹਦਾ ਪਿਊਪਿਲ ਡਾਇਲੇਟ ਹੋਣਾ ਚਾਹੀਦਾ ਸੀ, ਜੋ ਕਿ ਨਹੀਂ ਸੀ। ਤੋ ਵਿਦਡਰਾਲ ਨਹੀਂ ਕਹਿ ਸਕਦੇ, ਇਹ ਐਲਕੋਹਲ ਔਰ ਅਫੀਮ ਇਕੱਠੇ ਲੈਣ ਕਰਕੇ ਹੀ ਸ਼ਾਇਦ ਉਹਨੂੰ ਇਸ ਤਰ੍ਹਾਂ ਦੀ ਪਿਕਚਰ ਬਣੀ। ਅਤੇ ਉਹ ਬੈਂਜ਼ੋਡਾਇਜ਼ੀਪੀਨਸ ਨਾਲ ਅਸੀਂ ਕੰਟਰੋਲ ਕਰ ਪਾਏ। ਉਹ ਇੱਕ ਇਨਡਾਇਰੈਕਟ ਐਵੀਡੈਂਸ ਹੈ ਕਿ ਪੇਸ਼ੈਂਟ ਨੂੰ। ਅੱਛਾ ਡਾਕਟਰ ਸਾਹਿਬ, ਇਹ ਹੁਣ ਗੱਲਾਂ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਵੈਸੇ ਇੱਕ ਨੋਰਮਲ ਜਿਹਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਅਫੀਮ ਦਾ ਸੇਵਨ ਕਰਦੇ ਨੇ। ਇੱਕ ਜਰਨਲ ਜਿਹਾ ਸਵਾਲ ਹੈਗਾ ਤਾਂ ਕਿ ਲੋਕ ਵੀ ਇਸ ਬਾਰੇ ਅਵੇਅਰ ਹੋ ਜਾਣ। ਜਿਹੜੇ ਲੋਕ ਅਫੀਮ ਖਾ ਲੈਂਦੇ ਨੇ ਤਾਂ ਉਸ ਤੋਂ ਬਾਅਦ ਜੇ ਡਰਿੰਕ ਕਰਦੇ ਨੇ ਤਾਂ ਵਾਕਈ ਖਤਰਨਾਕ ਸਾਬਤ ਹੋ ਜਾਂਦੀ ਹੈ। ਜੀ ਹੈ, ਇੱਕ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਤਾਂ ਹੁਣੇ ਹੀ ਤਾਜ਼ਾ ਐਗਜ਼ਾਮਪਲ ਹੈ। ਲੋਕੀ ਅਫੀਮ ਨੂੰ ਅੱਛਾ ਸਮਝਦੇ ਆ, ਬਟ ਜਿਵੇਂ ਸਾਡੀ ਗੁਰਬਾਣੀ ਵਿੱਚ ਵੀ ਲਿਖਿਆ ਹੈ, ਹਰ ਗ੍ਰੰਥ ਵਿੱਚ ਲਿਖਿਆ ਕਿ ਕਿਸੇ ਪ੍ਰਕਾਰ ਦਾ ਵੀ ਨਸ਼ਾ, ਚਾਹੇ ਉਹ ਅਫੀਮ ਦਾ ਹੋਵੇ, ਚਾਹੇ ਉਹ ਸ਼ਰਾਬ ਦਾ ਹੋਵੇ, ਬਿਲਕੁਲ ਚੰਗਾ ਨਹੀਂ ਹੈਗਾ। ਅਤੇ ਅਫੀਮ ਸਿਰਫ ਉਦੋਂ ਹੀ ਚੰਗੀ ਹੈ ਜਦੋਂ ਇਹਨੂੰ ਇੱਕ ਦਵਾਈ ਦੀ ਮਾਤਰਾ ਦੇ ਵਿੱਚ ਕਿਸੇ ਪੇਸ਼ੈਂਟ ਲਈ ਆਪਾਂ ਯੂਜ਼ ਕਰੀਏ ਐਜ਼ ਏ ਸੁਪਰਵਿਜ਼ਨ ਅੰਡਰ, ਠੀਕ ਹੈ। ਲੇਕਿਨ ਵੈਸੇ ਮੈਂ ਇਹਨੂੰ ਟੋਟਲੀ ਕੰਟਰਾਡਿਕਟ ਕਰਾਂਗਾ ਅਫੀਮ ਦੇ ਸੇਵਨ ਨੂੰ, ਕਿ ਇਹਦੇ ਨਾਲ ਅੱਛਾ ਫੀਲਿੰਗ ਰਹਿੰਦੀ ਹੈ, ਬੰਦਾ ਰੀਜੂਵੀਨੇਟ ਰਹਿੰਦਾ। ਇਟ ਸ਼ੁੱਡ ਨਾਟ ਬੀ ਟੇਕਨ। ਸੋ ਅਗਰ ਕੁਛ ਨਸ਼ਾ ਚਾਹੀਦਾ ਹੀ ਹੈ ਤਾਂ ਪ੍ਰਭੂ ਦੇ ਨਾਮ ਸਿਮਰਨ ਦਾ ਨਸ਼ਾ ਰੱਖਣਾ ਚਾਹੀਦਾ, ਰਾਦਰ ਦੈਨ। ਬਿਲਕੁਲ, ਇਸ ਤੋਂ ਉੱਤੇ ਕੋਈ ਵੀ ਨਹੀਂ। ਅੱਛਾ, ਵੈਸੇ ਤਾਂ ਮੈਮ ਤੁਸੀਂ ਰੋਜ਼ ਵਿਚਰਦੇ ਹੋ ਇਹਨਾਂ ਲੋਕਾਂ ਦੇ ਵਿੱਚ, ਇਹ ਵੀ ਧਾਰਨਾ ਬਣੀ ਹੋਈ ਹੈ, ਕਹਿੰਦੇ ਨੇ ਕਿ ਡਾਕਟਰ ਆਪ ਸੁਜੈਸਟ ਕਰਦੇ ਨੇ ਜਦੋਂ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਤਾਂ ਕਹਿੰਦੇ ਨੇ ਕਿ ਅਫੀਮ ਦਿਓ। ਇਹ ਗੱਲਾਂ ਹੈ ਕਿ ਜਾਂ ਵੈਸੇ ਧਾਰਨਾ ਹੀ ਹੈ? ਦੇਖੋ, ਇਹ ਧਾਰਨਾ ਹੀ ਬਣੀ ਹੋਈ ਹੈ। ਵੈਸੇ ਅਫੀਮ, ਜਿਵੇਂ ਅਸੀਂ ਮੋਰਫਿਨ ਕਹੀਏ, ਅਸੀਂ ਸਟੂਡੈਂਟਸ ਨੂੰ ਪੜ੍ਹਾਉਂਦੇ ਹਾਂ ਕਿ ਜਦੋਂ ਐਕਿਊਟ ਲੈਫਟ ਵੈਂਟਰੀਕੂਲਰ ਫੇਲੀਅਰ ਜਾਂ ਐਕਿਊਟ ਕਾਰਡੀਅਕ ਇਵੈਂਟ ਹੁੰਦਾ ਹੈ ਤਾਂ ਮੋਰਫਿਨ ਦਾ ਪੇਨ ਰਿਲੀਵਿੰਗ ਇਫੈਕਟ ਰਹਿੰਦਾ ਹੈ। ਪਰ ਇਹ ਇੱਕ ਡਾਕਟਰ ਹੀ ਯੂਜ਼ ਕਰ ਸਕਦਾ ਹੈ। ਪੇਸ਼ੈਂਟ ਨੂੰ ਆਪ ਜਿਸ ਤਰ੍ਹਾਂ ਓਰਲ ਉਹ ਲੈ ਰਹੇ ਹਨ, ਇਹ ਨਸ਼ਾ ਹੀ ਹੈ, ਇਹਦਾ ਕੋਈ ਵੀ ਯੂਜ਼ਫੁਲਨੈਸ ਨਹੀਂ ਹੈ। ਔਰ ਤੁਹਾਡੇ ਚੈਨਲ ਦੀ ਆਵਾਜ਼ ਜਿੱਥੇ ਜਿੱਥੇ ਤੱਕ ਪਹੁੰਚਦੀ, ਮੈਂ ਇਹ ਸੰਦੇਸ਼ ਜ਼ਰੂਰ ਦੇਵਾਂਗੀ ਕਿ ਸਪੈਸ਼ਲੀ ਜਵਾਨ ਬੱਚੇ ਜੋ ਆਪਣਾ ਜੀਵਨ ਖਰਾਬ ਕਰ ਰਹੇ ਹਨ, ਉਹ ਆਪਣੇ ਕੰਮ ਨੂੰ ਉਨਾ ਧਿਆਨ ਨਹੀਂ ਦੇ ਪਾਉਂਦੇ ਅਤੇ ਉਹ ਨਸ਼ਿਆਂ ਤੋਂ ਦੂਰ ਰਹਿਣ। ਆਪਣਾ ਮਤਲਬ ਹਾਰਡ ਅਰਨਡ ਮਨੀ ਉਹ ਨਸ਼ਿਆਂ 'ਤੇ ਵੇਸਟ ਕਰ ਰਹੇ ਹਨ, ਕਿਉਂਕਿ ਜਿਹੜੀ ਇਹ ਲੋਕਲ ਕੰਕੋਕਸ਼ਨਸ ਅਵੇਲੇਬਲ ਹੈ, ਪਤਾ ਨਹੀਂ ਕਿੰਨੀ ਕੁ ਕੋਸਟ ਹੈ ਜਾਂ ਕਿੰਨਾ ਕੁ ਪੈਸਾ। ਫੈਮਲੀਜ਼ ਅਸੀਂ ਪਿੰਡਾਂ ਵਿੱਚ, ਡਾਕਟਰ ਸਾਹਿਬ ਨੇ ਪਹਿਲਾਂ ਜੋਬ ਕੀਤੀ, ਦੇਖੀ ਹੈ ਕਿ ਫੈਮਿਲੀ ਹੀ ਬਰਬਾਦ ਹੋ ਜਾਂਦੀ ਹੈ ਜਿਹੜਾ ਬੰਦਾ ਨਸ਼ੇ ਦੀ। ਸੋ ਸਟਰੋਂਗਲੀ ਅਸੀਂ ਇਹੀ ਸੁਜੈਸਟ ਕਰਦੇ ਹਾਂ ਸਪੈਸ਼ਲੀ ਯੰਗ ਪਰਸਨਸ ਨੂੰ ਕਿ ਬਿਲਕੁਲ ਵੀ ਇਸ ਚੀਜ਼ ਤੋਂ ਬਿਲਕੁਲ ਸੇਵਨ ਨਾ ਕਰਨ, ਆਪਣਾ ਪੈਸਾ ਔਰ ਆਪਣੀ ਜਵਾਨੀ ਵੇਸਟ ਨਾ ਕਰਨ ਅਤੇ ਇਸ ਤੋਂ ਬਚ ਕੇ ਰਹਿਣ ਜਿੱਥੋਂ ਤੱਕ। ਅੱਛਾ ਡਾਕਟਰ ਸਾਹਿਬ, ਫਿਰ ਬੜੀਆਂ ਤਸਵੀਰਾਂ ਤੁਹਾਡੀਆਂ ਵਾਇਰਲ ਹੋਈਆਂ, ਖਬਰਾਂ ਦੀ ਕਟਿੰਗ ਜਿਹੜੀ ਹੈ ਉਹ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਫੋਨ ਵੱਜਣੇ ਸ਼ੁਰੂ ਹੋਏ ਫਿਰ ਉਸ ਤੋਂ ਬਾਅਦ ਜ਼ਿਆਦਾ? ਦੇਖੋ ਜੀ, ਸਾਰੇ ਪਾਸੋਂ ਪੂਰੇ ਵਰਲਡ ਵਿੱਚੋਂ ਫੋਨ ਆ ਰਹੇ ਨੇ, ਕਿਤੇ ਅਮਰੀਕਾ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਸਾਰੇ ਪਾਸੋਂ ਆ ਰਹੇ ਨੇ। ਬਟ ਜਿਵੇਂ ਕਹਿੰਦੇ ਸਾਹਿਬ ਹੱਥ ਵਡਿਆਈਆਂ, ਅਸੀਂ ਤਾਂ ਆਪਣਾ ਨੋਰਮਲ ਕੰਮ ਕਰ ਰਹੇ ਹਾਂ। ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਮਤਲਬ ਇੰਨਾ ਜ਼ਿਆਦਾ ਇਸ ਚੀਜ਼ ਨੂੰ ਮਿਲ ਜਾਏਗੀ ਪੋਪੂਲੈਰਿਟੀ। ਵੀ ਹੈਵ ਓਨਲੀ ਟ੍ਰੀਟਡ ਦਾ ਪੇਸ਼ੈਂਟ, ਦੈਟਸ ਆਲ। ਅਸੀਂ ਆਪਣਾ ਫਰਜ਼ ਨਿਭਾਇਆ ਹੈ ਡਾਕਟਰ ਹੋਣ ਦੇ ਨਾਤੇ, ਅਤੇ ਅਸੀਂ ਬਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹੀ ਚਾਹੁੰਦੇ ਕਿ ਹਰ ਪੇਸ਼ੈਂਟ ਜਿਹਨੂੰ ਆਪਾਂ ਟਰੀਟ ਕਰੇ, ਕੋਸ਼ਿਸ਼ ਉਹ ਹੱਸਦਾ ਖੇਡਦਾ ਆਪਣੇ ਵਾਪਸ ਘਰ ਫੈਮਿਲੀ ਵਿੱਚ ਜਾਏ, ਕਿਉਂਕਿ ਇੱਕ ਇਨਸਾਨ ਦੇ ਨਾਲ 8 ਜਾਂ 10 ਹੋਰ ਜੀਅ ਬੰਨੇ ਹੁੰਦੇ ਆ। ਸਪੈਸ਼ਲੀ ਖਾਸ ਕਰਕੇ ਇਹ ਜਿਹੜਾ ਪੇਸ਼ੈਂਟ ਸੀ, ਪ੍ਰੋਬੇਬਲੀ ਉਹ ਸਿੰਗਲ ਲਰਨਿੰਗ ਮੈਂਬਰ ਵੀ ਹੋ ਸਕਦਾ ਸੀ ਆਪਣੀ ਫੈਮਿਲੀ ਦਾ,
ਅਗਰ ਉਹਨੂੰ ਕੁਝ ਹੋ ਜਾਂਦਾ ਉਹਦੇ ਪਿੱਛੇ ਫੈਮਿਲੀ 'ਚ ਬਹੁਤ ਹੀ ਮਾੜਾ ਅਸਰ ਪੈਣਾ ਸੀ। ਅੱਛਾ, ਫਿਰ ਜਾਣ ਲੱਗਿਆ ਉਹ ਨੌਜਵਾਨ ਮਿਲ ਕੇ ਗਿਆ ਤੁਹਾਨੂੰ, ਦੱਸ ਕੇ ਗਿਆ ਕਿੱਥੋਂ ਦਾ ਰਹਿਣ ਵਾਲਾ ਜਾਂ ਕੌਣ ਹੈਗਾ ਉਹ? ਜਾਣ ਲੱਗਿਆ ਉਹਨਾਂ ਨੇ ਇਹ ਤਾਂ ਨਹੀਂ ਦੱਸਿਆ, ਮਤਲਬ ਉਹ ਆਪਣੇ ਪੈਰਾਂ 'ਤੇ ਸਾਡੇ ਨਾਲ ਵੀ ਤੇਜ਼ ਤੇ ਦੌੜਦਾ ਚਲਾ ਗਿਆ। ਅੱਛਾ। ਇਮੀਗ੍ਰੇਸ਼ਨ ਤੋਂ ਸਾਨੂੰ ਉਹਨੇ ਹੈਲੋ ਬਾਏ ਬਾਏ ਕਰਕੇ ਥੈਂਕ ਯੂ ਬੋਲਿਆ ਤੇ ਉਸ ਤੋਂ ਬਾਅਦ ਉਹ ਆਪਣੇ ਰਸਤੇ ਚਲਾ ਗਿਆ। ਥੋੜਾ ਡਰ ਸੀਗਾ ਸ਼ਾਇਦ ਕੋਈ ਅਰੈਸਟ ਜਾਂ ਕੋਈ ਇਹੋ ਜਿਹੇ ਲੀਗਲ ਐਕਸ਼ਨ ਨਾ ਮੇਰੇ ਤੇ ਹੋ ਜਾਏ। ਅੱਛਾ, ਫਿਰ ਤੁਹਾਨੂੰ ਐਪਰੀਸ਼ੀਏਟ ਵੀ ਕੀਤਾ ਹਨਾ ਇਹ ਕੈਨੇਡਾ ਦੇ ਵੱਲੋਂ, ਫਿਰ ਡਿਸਕਾਊਂਟ ਵਗੈਰਾ ਦਿੱਤਾ ਗਿਆ? ਜੀ ਹਾਂ, ਉਹਨਾਂ ਦੇ ਜੋ ਡਾਇਰੈਕਟਰ ਹੈਗੇ ਨੀਚੇ ਸੀਗੇ ਜਿਮ ਚੌਂਗ, ਉਹਨਾਂ ਵੱਲੋਂ ਇੱਕ ਐਪਰੀਸੀਏਸ਼ਨ ਲੈਟਰ ਸਾਨੂੰ ਇਸ਼ੂ ਹੋਇਆ। ਐਪਰੀਸੀਏਸ਼ਨ ਲੈਟਰ ਦੇ ਵਿੱਚ ਉਹਨਾਂ ਨੇ ਇੱਕ ਗੁੱਡਵਿਲ ਜੈਸਚਰ ਦੇ ਨਾਲ ਸਾਨੂੰ ਇੱਕ ਕੂਪਨ ਇਸ਼ੂ ਕੀਤਾ 30% ਫॉर ਨੈਕਸਟ ਫਲਾਈਟ ਫॉर ਬੋਥ ਆਫ ਅਸ। ਸੋ ਜਦੋਂ ਆਪਾਂ ਬਾਹਰ ਨਿਕਲੇ ਤਾਂ ਸਾਰਾ ਪਲੇਨ ਦਾ ਕ੍ਰਿਊ ਉਹਨਾਂ ਨੇ ਸਾਨੂੰ ਹੈਂਡਸ਼ੇਕ ਕਰਕੇ ਸਾਨੂੰ ਅੱਛੀ ਤਰ੍ਹਾਂ ਅਪਲਾਉਡ ਕਰਕੇ ਬੜਾ ਅੱਛੀ ਤਰ੍ਹਾਂ ਸਾਨੂੰ ਵੈਲਕਮ ਕੀਤਾ ਉਹਨਾਂ ਨੇ। ਅੱਛਾ, ਬੜਾ ਮਾਣ ਹੁੰਦਾ ਮੈਨੂੰ ਲੱਗਦਾ ਕਿ ਐਵੇਂ ਜਦੋਂ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਤੇ ਐਪਰੀਸ਼ੀਏਟ ਹੁੰਦਾ ਬੰਦਾ। ਫਿਰ ਮਨ 'ਚ ਉਦੋਂ ਮੈਮ ਖਿਆਲ ਕੀ ਚੱਲਦਾ ਸੀਗਾ ਜਦੋਂ 에ਅਰਪੋਰਟ ਤੇ ਲੈਂਡ ਕੀਤਾ ਤਾਂ? ਦੇਖੋ, ਮਨ ਵਿੱਚ ਖੁਸ਼ੀ ਤਾਂ ਹੁੰਦੀ ਹੈ। ਤੁਸੀਂ ਕੰਮ ਤਾਂ ਅਸੀਂ ਰੋਜ਼ ਹੀ ਕਰਦੇ ਹਾਂ, ਜਦੋਂ ਐਪਰੀਸ਼ੀਏਟ ਹੋ ਜਾਏ ਜਾਂ ਕੋਈ ਰਿਕੋਗਨਾਈਜ਼ ਕਰੇ ਉਸ ਐਫਰਟ ਨੂੰ ਤਾਂ ਇੱਕ ਖੁਸ਼ੀ ਜ਼ਰੂਰ ਮਿਲਦੀ ਹੈ। ਸੋ ਪਰਮਾਤਮਾ ਦੀ ਥੈਂਕਫੁਲਨੈਸ ਵੀ ਆਈ ਮਨ ਵਿੱਚ ਕਿ ਸ਼ੁਕਰ ਹੈ ਅਸੀਂ ਤਾਂ ਰੋਜ਼ ਵਾਲਾ ਹੀ ਕੰਮ ਕੀਤਾ ਸੀ, ਪਤਾ ਨਹੀਂ ਰੱਬ ਨੂੰ ਇਹਦੇ ਵਿੱਚ ਕੀ ਚੰਗਾ ਲੱਗਾ ਕਿ ਅੱਜ ਇੰਨਾ ਮਾਣ ਮਿਲਿਆ ਉਸ ਕਰਕੇ। ਸੋ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਹੈ। ਅੱਛਾ, ਬੱਚਿਆਂ ਨੂੰ ਮਿਲ ਕੇ ਆ ਰਹੇ ਸੀਗੇ ਤੁਸੀਂ ਤਾਂ ਫਿਰ ਬੱਚਿਆਂ ਨੇ ਵੀ ਲੱਗਦਾ ਕਿ ਖਬਰਾਂ ਥਰੂ ਦੇਖਿਆ ਹੋਊਗਾ, ਤਾਂ ਫਿਰ ਆਇਆ ਫੋਨ ਉਹਨਾਂ ਦਾ? ਹਾਂਜੀ, ਬੱਚਿਆਂ ਦਾ ਫੋਨ ਆਇਆ ਤੇ ਉਹ ਵੀ ਪ੍ਰਾਊਡ ਫੀਲ ਕਰ ਰਹੇ ਸੀ। ਤੇ ਮੈਂ ਬੱਚਿਆਂ ਨੂੰ ਉਸ ਟਾਈਮ ਵੀ ਇਹੀ ਕਿਹਾ, ਹਮੇਸ਼ਾ ਹੀ ਕਹਿੰਦੀ ਹਾਂ, ਆਪਣੇ ਸਟੂਡੈਂਟਸ ਨੂੰ ਵੀ ਹਮੇਸ਼ਾ ਕਹਿੰਦੀ ਕਿ ਸਾਨੂੰ ਹਮੇਸ਼ਾ ਹੀ ਆਪਣਾ ਕੋਈ ਵੀ ਫੀਲਡ ਹੋਏ, ਕੋਈ ਵੀ ਕੰਮ ਹੋਏ, ਆਪਣਾ 100% ਐਫਰਟ ਦੇ ਕੇ ਕਰੋ ਤੇ ਪਰਮਾਤਮਾ ਜ਼ਰੂਰ ਮਿਹਰ ਕਰਦਾ ਹੈ। ਸੋ ਫਿਰ ਬੱਚਿਆਂ ਨੂੰ ਇਹੀ ਦੁਬਾਰਾ ਤੋਂ ਕਿਹਾ ਕਿ ਦੇਖੋ ਅੱਜ ਅਸੀਂ ਤਾਂ ਆਪਣਾ ਹੀ ਕੰਮ ਕੀਤਾ ਸੀ ਬਟ ਸਿੰਸੀਅਰ ਐਫਰਟ ਲਗਾਇਆ ਸੀ ਤੇ ਸ਼ਾਇਦ ਪਰਮਾਤਮਾ ਨੇ ਰਿਕੋਗਨੀਸ਼ਨ ਦਿੱਤੀ। ਠੀਕ ਹੈ ਮੈਮ, ਧੰਨਵਾਦ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਮਾਂ ਲਿਆ ਤੁਹਾਡਾ। ਤਾਂ ਇਹ ਡਾਕਟਰ ਜੋੜਾ ਹੈਗਾ, ਦੋਨੋਂ ਜਣੇ ਜਲੰਧਰ ਦੇ ਰਹਿਣ ਵਾਲੇ ਨੇ। ਤਾਂ ਡਾਕਟਰ ਸਤਿੰਦਰਜੀਤ ਸਿੰਘ ਜਿਹੜੇ ਨੇ ਸਿਵਲ ਹਸਪੀਟਲ ਦੇ ਵਿੱਚ ਨੇ, ਤਾਂ ਮੈਮ ਜਿਹੜੇ ਨੇ ਉਹ ਪਿਮਸ ਹਸਪੀਟਲ ਦੇ ਵਿੱਚ HOD ਹੈਗੇ ਨੇ। ਤਾਂ ਇਹਨਾਂ ਨੇ ਬੜਾ ਬਾਕਮਾਲ ਜਿਹੜਾ ਉਹ ਕੰਮ ਕੀਤਾ। ਹਾਲਾਂਕਿ ਇਹ ਪੇਸ਼ੇ ਤੋਂ ਹੀ ਡਾਕਟਰ ਹੈਗੇ ਨੇ, ਤਾਂ ਆਪਣਾ ਇਹਨਾਂ ਨੇ ਫਰਜ਼ ਨਿਭਾਇਆ। ਇੱਕ ਨੌਜਵਾਨ ਦੱਸਦੇ ਨੇ ਕਿ 34-35 ਸਾਲ ਦੀ ਉਮਰ ਹੈਗੀ ਸੀਗੀ, ਤਾਂ ਅਫੀਮ ਤੇ ਸ਼ਰਾਬ ਦਾ ਸੇਵਨ ਕਰਨ ਦੇ ਕਾਰਨ ਉਸ ਦੀ ਹਾਲਤ ਜਿਹੜੀ ਹੈ ਉਹ ਵਿਗੜ ਜਾਂਦੀ ਹੈ। ਤਾਂ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਐਫਰਟ ਲਾ ਕੇ ਨੌਜਵਾਨ ਦੀ ਜਾਨ ਬਚਾਈ, ਜਿਸ ਤੋਂ ਬਾਅਦ ਇਹਨਾਂ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਕੈਮਰਾਮੈਨ ਰਿੰਕੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ TV ਜਲੰਧਰ।